कि जिहड़ा मोदी है ਉਹਦੇ दो झंडे है। पहला झंडा ਉਹਦਾ ਇਹ है कि लोगों ਨੂੰ आर्थिक तौर ਤੇ कमज़ोर कर दिओ। दूसरा ਇਹਨਾਂ ਦਾ ਹੈਗਾ कि ਇਹ ਇੱਕ ਧਰਮ ਬਣਾਉਣਾ ਚਾਹੁੰਦਾ ਹੈ। ਇਹ ਮੋਦੀ ਦੀ ਮਾਨਸਿਕਤਾ ਨੂੰ ਸਮਝੋ। ਡੀਮੋਨੇਟਾਈਜੇਸ਼ਨ ਹੋਈ ਦੇ ਸੜਕਾਂ ਤੇ ਸੀ, ਮੋਦੀ ਨੇ ਆਪਦੀ ਮਾਂ ਵੀ ਸੜਕਾਂ ਤੇ ਖੜੀ ਕੀਤੀ। ਆਉਣ ਵਾਲੀ ਵਾਰੀ ਵੀਰੋ ਤੁਹਾਡੀ ਹੈ ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ, ਇਹਨੂੰ ਸਮਝਾਉਣਾ ਸਾਡੇ ਕੋਲ ਇੱਕੋ ਇੱਕ ਤਰੀਕਾ ਹੈ, ਇਹਦਾ ਹੰਕਾਰ ਤੋੜਨਾ। ਤੁਸੀਂ ਕਿਹੜੀ ਗੱਲਾਂ ਦੱਸੋਗੇ? 29 ਸੂਬਿਆਂ 'ਚ ਘੁੰਮੋਗੇ ਪੂਰੇ ਭਾਰਤ ਦੇ। ਕੋਈ 15 ਲੱਖ ਨਹੀਂ ਮਿਲਿਆ, ਕਿਸੇ 2 ਕਰੋੜ ਬੰਦੇ ਨੂੰ ਸਾਲ ਵਿੱਚ ਨੌਕਰੀ ਨਹੀਂ ਮਿਲੀ। ਅੱਜ ਕੋਈ ਦੇਸ਼ ਦਾ ਧੰਦਾ ਨਹੀਂ ਚੱਲ ਰਿਹਾ, ਵਰਲਡ ਵਿੱਚ ਸਾਡੀ ਬਦਨਾਮੀ ਹੋ ਰਹੀ ਹੈ। ਅੱਜ ਵੀ ਮੀਟਿੰਗ ਹੋਈ ਸੀ, ਕੋਈ ਸਿੱਟਾ ਨਹੀਂ ਨਿਕਲਿਆ ਉਹਦੇ ਵਿੱਚ ਵੀ। ਕਾਰਨ ਕੀ ਮੰਨਦੇ ਹੋ? ਇਹ ਸੱਤਾ ਦੇ ਹੰਕਾਰ ਵਿੱਚ ਚੂਰ ਹੋ ਕੇ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ। ਇਹਨਾਂ ਨੇ ਅੱਜ ਤੱਕ ਸਾਨੂੰ ਧਰਮਾਂ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ ਸਾਡੇ ਪਹਿਰਾਵੇ ਦੇ ਨਾਂ ਤੇ, ਸਾਡੇ ਖਾਣਿਆਂ ਦੇ ਨਾਂ ਤੇ ਸਾਨੂੰ ਲੜਾਇਆ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਕਿਸਾਨ ਇੱਥੇ ਆਏ ਸੀ, ਗੋਦੀ ਮੀਡੀਆ ਨੇ ਕਿਹਾ ਸੀ ਕਿ ਕਿਸਾਨ ਨਹੀਂ ਆਤੰਕਵਾਦੀ ਨੇ। ਉਸ ਤੋਂ ਬਾਅਦ ਤਰ੍ਹਾਂ ਦੇ ਪ੍ਰੋਪੇਗੈਂਡਾ ਅਪਣਾ ਕੇ ਧਰਨੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕਿਸਾਨ ਪੀਜੇ ਕਿੱਥੋਂ ਖਾਂਦਾ ਹੈ, ਜਿਸ ਵਿੱਚ ਇਹ ਵੀ ਗੱਲ ਕਹੀ ਸੀ ਕਿ ਕਿਸਾਨ ਪੈਂਟਾਂ ਕਿਵੇਂ ਪਾਉਂਦਾ। ਹੁਣ ਗੋਦੀ ਮੀਡੀਆ ਨੇ ਤੇ IT ਸੈੱਲ ਨੇ ਜੋ ਕੰਮ ਕਰਨਾ ਸੀ ਆਪਣਾ ਕਰ ਦਿੱਤਾ। ਹੁਣ 5 ਵੀਰ ਪੂਰਾ ਭਾਰਤ ਘੁੰਮਣ ਜਾ ਰਹੇ ਨੇ, 29 ਸੂਬਿਆਂ ਵਿੱਚ ਜਾ ਕੇ ਦੱਸਣਗੇ ਕਿ ਕਿਸਾਨ ਕੌਣ ਨੇ, ਕੀ ਆਤੰਕਵਾਦੀ ਨੇ, ਕਿ ਕਿਸਾਨ ਪੀਜੇ ਨਹੀਂ ਖਾ ਸਕਦੇ। ਦੂਸਰੇ ਪਾਸੇ ਇਹ ਵੀ ਇੱਕ ਮੈਸੇਜ ਆਊਗਾ ਕਿ ਕਿਸਾਨ 3 ਬਿੱਲ ਰੱਦ ਕਿਉਂ ਕਰਵਾਉਣਾ ਚਾਹੁੰਦੇ ਨੇ। ਜੋ ਇੱਥੇ ਆਏ ਨੇ, ਤੁਸੀਂ ਜੋ ਸਕਰੀਨ ਤੇ ਤਸਵੀਰ ਦੇਖ ਰਹੇ ਹੋ, ਇਹ ਵੀਰ ਜੋ ਨੇ 5 ਜਣੇ ਪੂਰਾ ਭਾਰਤ ਘੁੰਮਣ ਜਾ ਰਹੇ ਨੇ। 29 ਸੂਬਿਆਂ ਵਿੱਚ ਘੁੰਮ ਕੇ ਦੱਸਣਗੇ ਕਿ ਕਿਸਾਨ ਕੌਣ ਹੈ, ਸਿੰਘੂ ਬਾਰਡਰ ਤੇ ਬੈਠੇ ਜੋ ਵਿਅਕਤੀ ਨੇ ਕੌਣ ਨੇ, ਉਹ ਆਤੰਕਵਾਦੀ ਨੇ, ਉਹ ਕਿਸਾਨ ਨੇ, ਆਪਣਾ ਹੱਕ ਲੈਣ ਆਏ ਨੇ। ਪੂਰਾ ਭਾਰਤ ਘੁੰਮਣਗੇ। ਆਪਾਂ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ ਜੀ, ਜੋ ਕਿ ਲੁਧਿਆਣੇ 'ਚ ਰਹਿੰਦੇ ਨੇ, ਇੱਥੇ ਆਏ ਨੇ। ਲੋਕ ਫਿਰੋਜ਼ਪੁਰ 'ਚ ਰਹਿੰਦੇ ਨੇ, ਜੋ ਇੱਥੇ ਆਏ ਨੇ। ਪੂਰਾ ਭਾਰਤ ਘੁੰਮ ਕੇ ਦੱਸਣਗੇ ਕਿਹੜੀਆਂ ਗੱਲਾਂ ਨੇ, ਆਪਾਂ ਇਹਨਾਂ ਕੋਲ ਹੀ ਜਾਣਾਂਗੇ। ਹੋਰ ਕਿਹੜੀ ਗੱਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਦੇਸ਼ ਵਾਸੀ ਸਾਰੇ ਜਾਣਦੇ ਹੈ, ਜਿਹੜਾ ਨੈਸ਼ਨਲ ਮੀਡੀਆ ਗੋਦੀ ਮੀਡੀਆ ਹੈ ਉਹ ਸੋਲਡ ਹੋ ਚੁੱਕਾ ਹੈ। ਜਿਹੜੀ ਜ਼ਿੰਮੇਵਾਰੀ ਹੁਣ ਹੈ ਉਹ ਸਾਡੇ ਲੋਕਲ ਮੀਡੀਆ ਤੇ ਆ ਗਈ ਹੈ। ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ, ਗੋਦੀ ਮੀਡੀਆ ਦਾ ਬਾਈਕਾਟ ਕਰੋ। ਉਸ ਚੈਨਲਸ ਨੂੰ ਹੀ ਦੇਖੋ, ਉਸ ਚੈਨਲ ਨੂੰ ਹੀ ਅੱਗੇ ਸ਼ੇਅਰ ਕਰੋ ਜਿਹੜੇ ਆਪਣੇ ਕਿਸਾਨ ਅੰਦੋਲਨ ਨੂੰ, ਸੱਚ ਦੀ ਆਵਾਜ਼ ਨੂੰ ਸਹੀ ਦਿਖਾ ਰਹੇ ਨੇ। ਇਹ ਸਾਡਾ ਜਿਹੜਾ ਪ੍ਰੋਗਰਾਮ ਹੈ, ਇਹ ਮੈਂ ਸਭ ਦੇਸ਼ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ। ਇਹ ਸਾਡਾ ਪੂਰੇ ਦੇਸ਼, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਅਸੀਂ ਲੋਕਾਂ ਨੂੰ ਜਿਹੜੇ ਦਿਹਾਤ ਵਿੱਚ ਰਹਿੰਦੇ ਹੈ, ਅਸੀਂ ਸਾਰੇ ਦੇਸ਼ ਦੀਆਂ ਕੈਪੀਟਲਸ ਵਿੱਚ ਜਾਵਾਂਗੇ ਤੇ ਉੱਥੋਂ ਦੇ ਲੋਕਲ ਮੀਡੀਆ ਨੂੰ ਸਮਝਾਵਾਂਗੇ ਕਿ ਜਿਹੜੇ ਦਿੱਲੀ ਦੀਆਂ ਸਰਹੱਦਾਂ ਤੇ ਜਿਹੜੇ ਬੈਠੇ ਨੇ ਉਹ ਕਿਸਾਨ ਨੇ, ਉਹ ਆਤੰਕਵਾਦੀ ਨਹੀਂ, ਉਹ ਨਹੀਂ। ਕਿਉਂਕਿ ਇਸ ਅੰਦੋਲਨ ਦੇ ਵਿੱਚ ਪੂਰੀ ਦੁਨੀਆ ਦਾ ਕਿਸਾਨ ਆ ਰਿਹਾ ਹੈ। ਦੇਸ਼ ਦਾ ਛੱਡੋ, ਪੂਰੀ ਦੁਨੀਆ ਦਾ ਕਿਸਾਨ ਆ ਰਿਹਾ ਹੈ। ਇਹਦੇ ਵਿੱਚ ਕੋਈ ਜਾਤ ਪਾਤ ਨਹੀਂ, ਕੋਈ ਧਰਮ ਦਾ ਫਰਕ ਨਹੀਂ। ਇਹ ਸਾਰੇ ਲੋਕ ਇਕੱਠੇ ਨੇ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਨੇ। ਗੋਦੀ ਮੀਡੀਆ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੱਥੇ ਜਿਹੜੇ ਲੋਕ ਬੈਠੇ ਨੇ ਉਹ ਕਿਸਾਨ ਨਹੀਂ, ਸਿਰਫ ਤੋਂ ਸਿਰਫ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ। ਮੈਂ ਚਾਹੁੰਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਇੱਕ ਵਾਰੀ ਅੰਦੋਲਨ ਦਾ ਹਿੱਸਾ ਬਣੋ, ਇਹਦੇ ਵਿੱਚ ਸ਼ਿਰਕਤ ਕਰੋ ਤੇ ਤੁਸੀਂ ਖੁਦ ਡਿਸਾਈਡ ਕਰੋ ਕਿ ਜਿਹੜਾ ਅੰਦੋਲਨ ਹੈ ਇਹ ਪੂਰੇ ਦੇਸ਼ ਦਾ, ਪੂਰੀ ਦੁਨੀਆ ਦਾ ਅੰਦੋਲਨ ਹੈ ਕਿ ਇਕੱਲੇ ਪੰਜਾਬੀਆਂ ਜਾਂ ਪਾਕਿਸਤਾਨੀਆਂ ਦਾ ਅੰਦੋਲਨ ਹੈ। ਮੈਂ ਤੁਹਾਨੂੰ ਇਹਦੇ ਅੱਗੇ ਹੋਰ ਵੀ ਗੱਲ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਮੋਦੀ ਹੈ ਉਹਦੇ 2 ਝੰਡੇ ਹੈ। ਪਹਿਲਾ ਝੰਡਾ ਉਹਦਾ ਇਹ ਹੈ ਕਿ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿਓ। ਉਹ ਇਕੱਲੇ ਕਿਸਾਨ ਨਹੀਂ, ਉਹ ਚਾਹੇ ਜੌਬ ਵਾਲੇ ਹੈ, ਚਾਹੇ ਉਹ ਆਪਣੇ ਦੁਕਾਨਾਂ ਵਾਲੇ ਹੈ, ਇਹ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੈ ਤੇ ਪੂੰਜੀਪਤੀਆਂ ਨੂੰ ਤਗੜਾ ਕਰਨਾ ਚਾਹੁੰਦੇ ਹੈ। ਫਿਰ ਇਹ ਆਪਦੀ, ਕਿਉਂਕਿ ਜਦੋਂ ਬੰਦਾ ਕਮਜ਼ੋਰ ਹੁੰਦਾ ਆਵਾਜ਼ ਨਹੀਂ ਉਠਾਉਂਦਾ। ਦੂਸਰਾ ਇਹਨਾਂ ਦਾ ਹੈਗਾ ਕਿ ਇਹ ਇੱਕ ਧਰਮ ਬਣਾਉਣਾ ਚਾਹੁੰਦਾ ਹੈ, ਜਿਹਦੇ ਵਿੱਚ ਇਹ ਚਾਹੁੰਦਾ ਹੈ ਕਿ ਇੱਕੋ ਰੰਗ ਹੋਵੇ, ਇੱਕੋ ਭੇਦ ਹੋਵੇ। ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਉਹ ਡਾਈਵਰਸਿਟੀ ਹੈ, ਉਹ ਹੈ। ਇਹਦੇ ਵਿੱਚ ਅਸੀਂ ਇੱਥੇ ਅਲੱਗ-ਅਲੱਗ ਸਾਡੇ ਖਾਣ ਪਾਨ ਨੇ, ਅਲੱਗ-ਅਲੱਗ ਧਰਮ ਨੇ, ਅਲੱਗ-ਅਲੱਗ ਸਾਡੇ ਪਹਿਰਾਵੇ ਨੇ। ਅਸੀਂ ਸਾਰਿਆਂ ਦੀ, ਸਾਡੇ ਗੁਰੂਆਂ ਨੇ ਸਾਨੂੰ ਸਮਝਾਇਆ, ਨਾਨਕ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਕੌਮ ਜਿਹੜੀ ਇੱਥੇ ਉਹ ਇਕੱਲੇ ਸਿੱਖ ਨਹੀਂ, ਉਹਦੇ ਵਿੱਚ ਹਰਿਆਣੇ ਵਾਲੇ ਵੀ ਹੈ, ਰਾਜਸਥਾਨ ਵਾਲੇ ਹੈ, ਯੂਪੀ ਵਾਲੇ ਵੀ ਹੈ, ਮਹਾਰਾਸ਼ਟਰ ਵਾਲੇ ਵੀ ਹੈ। ਮੈਂ ਸਟੇਟਸ ਇੱਥੇ TV ਤੇ ਗਿਣ ਨਹੀਂ ਸਕਦਾ। ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ, ਇਹ ਮੋਦੀ ਦੀ ਮਾਨਸਿਕਤਾ ਨੂੰ ਸਮਝੋ।
ਇਹਨੇ ਅੱਜ ਤੱਕ ਜਿੰਨੇ ਵੀ ਬਿੱਲ ਪਾਸ ਕੀਤੇ ਐ ਡੀਮੋਨੇਟਾਈਜੇਸ਼ਨ ਹੋਈ ਦੇ ਸੜਕਾਂ ਤੇ ਸੀ। ਮੋਦੀ ਨੇ ਆਪਦੀ ਮਾਂ ਵੀ ਸੜਕਾਂ ਤੇ ਖੜੀ ਕੀਤੀ। ਉਦੋਂ ਬਾਅਦ ਤੁਸੀਂ ਆ ਜਾਓ, ਇਹਨਾਂ ਨੇ GST ਲਾਗੂ ਕੀਤਾ, ਉਹਦੀ ਦੁਕਾਨਦਾਰਾਂ ਨੂੰ ਅੱਜ ਤੱਕ ਸਮਝ ਨਹੀਂ ਆਈ। ਵੀਰੋ ਇਹ 3 ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਐ ਉਹ ਕਿਸਾਨ ਜਥੇਬੰਦੀਆਂ ਤੋਂ ਪੁੱਛਿਆ ਨਹੀਂ ਗਿਆ, ਕਿਸਾਨਾਂ ਤੋਂ ਨਹੀਂ ਪੁੱਛਿਆ ਗਿਆ, ਬੈਕ ਦੇ ਰਸਤੇ ਰਾਹੀਂ ਪਾਸ ਕੀਤੇ ਗਏ ਐ। ਤੁਸੀਂ ਇਹਨਾਂ ਨੂੰ ਇਹਦੀ ਮਾਨਸਿਕਤਾ ਨੂੰ ਸਮਝੋ, ਕਿਉਂਕਿ ਜਿਹੜਾ ਇਹ ਐਗਰੀਕਲਚਰ ਸਬਜੈਕਟ ਹੈ ਇਹ ਸਟੇਟ ਦੇ ਅੰਡਰ ਆਉਂਦਾ ਹੈ, ਇਹ ਸਟੇਟ ਸਬਜੈਕਟ ਹੈ। ਸ਼ਕਤੀ ਸੈਂਟਰਲਾਈਜ਼ ਕਰਨੀ ਚਾਹੁੰਦਾ ਹੈ। ਤੁਸੀਂ ਹੁਣ ਨਾ ਆਉਣ ਵਾਲੀ ਵਾਰੀ ਵੀਰੋ ਤੁਹਾਡੀ ਹੈ, ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ, ਹੁਣ ਤੁਸੀਂ ਆ ਕੇ ਇਸ ਅੰਦੋਲਨ ਦਾ ਸਾਥ ਦਿਓ। ਨਾਲੇ ਇਸ ਅੰਦੋਲਨ ਦੀ ਖੂਬਸੂਰਤੀ ਦੇਖੋ, ਕਿੰਨੇ ਡਿਸਪਲਿਨ 'ਚ ਚੱਲ ਰਿਹਾ ਹੈ, ਕਿੰਨੇ ਤਰ੍ਹਾਂ ਦੇ ਇੱਥੇ ਤੁਹਾਨੂੰ ਵਧੀਆ ਖਾਣ ਪਾਣ ਮਿਲਦੇ ਹੈ। ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ, ਜਿਹਨੇ ਇਹ ਅੰਦੋਲਨ ਨਹੀਂ ਵੇਖਿਆ ਉਹਨੇ ਕੁਛ ਨਹੀਂ ਵੇਖਿਆ। ਇਹਦੇ ਵਿੱਚ ਅੱਜ ਅਸੀਂ ਮੋਦੀ ਦੇ ਪ੍ਰੈਸ਼ਰ ਸਿਰਫ ਇਕੱਠੇ ਹੋ ਕੇ ਸ਼ਾਂਤੀਪੂਰਵਕ ਉਹਦੇ ਤੇ ਪ੍ਰੈਸ਼ਰ ਬਣਾ ਸਕਦੇ ਹਾਂ। ਸਾਨੂੰ ਅੱਜ ਸਾਥ ਦੀ ਲੋੜ ਹੈ। ਵੀਰੋ ਘਰਾਂ ਵਿੱਚ ਨਾ ਬੈਠੋ, ਇਹਨੇ ਕਿਸੇ ਨੂੰ ਨਹੀਂ ਜੇ ਬਖਸ਼ਣਾ। ਇਹ ਮਾਨਸਿਕ ਰੋਗੀ ਆਦਮੀ ਹੈ। ਇਹ ਸਰਕਾਰ ਜਿਹੜੀ ਹੈ ਹੰਕਾਰੀ ਹੋਈ ਸਰਕਾਰ ਹੈ, ਅੰਨੀ ਸਰਕਾਰ ਹੈ, ਜਿਹਨੂੰ ਇੰਨਾ ਵੱਡਾ ਅੰਦੋਲਨ ਸ਼ਾਂਤਮਈ ਜਿਹੜਾ ਹੋ ਰਿਹਾ, ਜਿਹਦੇ ਵਿੱਚ 20 ਲੱਖ ਤੋਂ ਵੱਧ ਬੰਦਾ ਹੈ, ਉਹ ਲੋਕ ਇਹਨੂੰ ਨਹੀਂ ਦਿਖ ਰਹੇ ਜਿਨ੍ਹਾਂ ਨੇ ਇਹਨਾਂ ਨੂੰ ਇਸ ਸੰਘਾਸਨ ਤੇ ਬਿਠਾਇਆ ਹੈ। ਮੈਂ ਦੇਸ਼ ਵਾਸੀਓ ਤੁਹਾਨੂੰ ਇਹ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰ ਰਿਹਾ, ਇਹ ਬੰਦਾ ਹੰਕਾਰ ਦੇ ਨਾਲ ਅੰਨਾ ਵੀ ਹੈ। ਇਹਨੂੰ ਸਮਝਾਉਣਾ ਸਾਡੇ ਕੋਲ ਇੱਕੋ ਇੱਕ ਤਰੀਕਾ ਹੈ, ਇਹਦਾ ਹੰਕਾਰ ਤੋੜਨਾ। ਹੰਕਾਰ ਸਿਰਫ ਤਾਂ ਹੀ ਤੋੜਿਆ ਜਾ ਸਕਦਾ ਹੈ ਜੇ ਅਸੀਂ ਸਾਰੇ ਵੀਰ ਭੈਣ ਭਰਾ ਦੇਸ਼ ਵਾਸੀ ਇਕੱਠੇ ਹੋ ਜਾਾਂਗੇ। ਮੈਨੂੰ ਖੁਸ਼ੀ ਹੈ ਕਿ ਇਹ ਅੰਦੋਲਨ ਜਿੱਤ ਚੁੱਕੇ ਹਾਂ ਅਸੀਂ, ਕਿਉਂਕਿ ਇਸ ਅੰਦੋਲਨ ਦੇ ਵਿੱਚ ਅਸੀਂ ਸਾਰਾ ਦੇਸ਼ ਇਕੱਠੇ ਹੋ ਗਏ ਹਾਂ। ਸਾਡੇ ਜਾਤ ਪਾਤ ਦੇ ਝਗੜੇ ਖਤਮ, ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਇਕੱਠੇ ਹੋ ਗਏ ਹਾਂ। ਅਸੀਂ ਸਾਰੇ ਵੀਰ ਹਾਂ, ਅਸੀਂ ਕਿਸੇ ਨੂੰ ਆਪਦੇ ਤੋਂ ਲੱਗ ਨਹੀਂ ਸਮਝਦੇ। ਵੀਰੋ ਹੁਣ ਮੌਕਾ ਹੈ, ਸਾਥ ਦਿਓ। ਮੈਂ ਵਾਰ-ਵਾਰ ਕਹਿ ਰਿਹਾ ਅੰਦੋਲਨ ਦਾ ਸਾਥ ਦਿਓ। ਅੱਜ ਤੁਸੀਂ ਸਾਥ ਨਾ ਦਿੱਤਾ ਤੇ ਤੁਸੀਂ ਆਉਣ ਵਾਲੇ ਵਕਤ ਵਿੱਚ ਪਛਤਾਓਗੇ ਤੇ ਤੁਹਾਨੂੰ ਵਕਤ ਨੇ ਕਦੇ ਮਾਫ ਨਹੀਂ ਕਰਨਾ। ਇਹੋ ਜਿਹੇ ਅੰਦੋਲਨ ਸਦੀਆਂ ਵਿੱਚ ਵਾਰ-ਵਾਰ ਨਹੀਂ ਹੁੰਦੇ ਵੀਰੋ। ਤੁਸੀਂ ਕਿਹੜੀ ਗੱਲਾਂ ਦੱਸੋਗੇ? 29 ਸੂਬਿਆਂ 'ਚ ਘੁੰਮੋਗੇ ਪੂਰੇ ਭਾਰਤ ਦੇ, ਕੀ ਗੱਲਾਂ ਲੈ ਕੇ ਜਾਓਗੇ ਲੋਕਾਂ ਨੂੰ? ਕਿਹੜੇ ਲੋਕਾਂ ਨੂੰ ਗੱਲਾਂ ਤੋਂ ਜਾਗਰੂਕ ਕਰਾਓਗੇ? ਵੇਖੋ ਜੀ, ਮੇਰੇ ਕੋਲ ਮੇਨ 2 ਮੁੱਦੇ ਹੈ। ਇੱਕ ਤਾਂ ਇਸ ਅੰਦੋਲਨ ਨੂੰ ਜੋ ਗੋਦੀ ਮੀਡੀਆ ਬਦਨਾਮ ਕਰ ਰਿਹਾ, RSS ਬਦਨਾਮ ਕਰ ਰਿਹਾ, ਸਾਰੀ ਸਰਕਾਰੀ ਮਸ਼ੀਨਰੀ ਇਹਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ। ਦੂਜਾ ਸਾਡੇ ਕੋਲ ਇਹ ਹੈ ਕਿ ਸਰਕਾਰ ਦੀਆਂ ਜੋ ਅੱਜ ਤੱਕ ਇਹ ਆਪਦੀਆਂ ਜੋ ਇਹਨੇ ਪਾਲਿਸੀਜ਼ ਨੇ ਕ੍ਰੀਏਟ ਕੀਤੀਆਂ ਨੇ ਸਾਰਿਆਂ ਤੇ ਫੇਲੀਅਰ ਰਿਹਾ। ਕੋਈ 15 ਲੱਖ ਨਹੀਂ ਮਿਲਿਆ, ਕਿਸੇ 2 ਕਰੋੜ ਬੰਦੇ ਨੂੰ ਸਾਲ ਵਿੱਚ ਨੌਕਰੀ ਨਹੀਂ ਮਿਲੀ। ਇਵਨ ਅਸੀਂ ਆਰਥਿਕ ਤੌਰ ਤੇ ਸਾਰੇ ਵੀ ਕਮਜ਼ੋਰ ਹੋਏ ਹਾਂ, ਸਾਨੂੰ ਸਭ ਨੂੰ ਪਤਾ ਹੈ। ਅੱਜ ਕੋਈ ਦੇਸ਼ ਦਾ ਧੰਦਾ ਨਹੀਂ ਚੱਲ ਰਿਹਾ। ਵਰਲਡ ਵਿੱਚ ਸਾਡੀ ਬਦਨਾਮੀ ਹੋ ਰਹੀ ਹੈ ਕਿ ਦੇਸ਼ ਦੀ ਜਿਹੜੀ ਇਕਨੋਮੀ ਉਹ ਕਲੈਪਸ ਕਰ ਚੁੱਕੀ ਹੈ। ਉੱਥੋਂ ਫੰਡ ਇਹਨਾਂ ਨੇ ਕੱਢ ਲਏ ਜਿੱਥੋਂ ਕਦੇ ਪਿਛਲੀਆਂ ਸਰਕਾਰਾਂ ਨੇ ਕਦੇ ਨਹੀਂ ਸੀ ਕੱਢੇ। ਵੀਰੋ ਮੈਂ ਦੇਸ਼ ਵਾਸੀਆਂ ਨੂੰ ਇਹ ਵੀ ਸਮਝਾਊਂਗਾ ਕਿ ਦੇਸ਼ ਵਾਸੀਓ ਇੱਕ ਵਾਰ ਇਸ ਅੰਦੋਲਨ ਦਾ ਹਿੱਸਾ ਬਣੋ। ਦੂਸਰੀ ਗੱਲ ਇਹ ਹੈ ਕਿ ਜਿਹੜਾ ਮੀਡੀਆ ਨੈਸ਼ਨਲ ਮੀਡੀਆ ਹੈ ਇਹ ਵਿਕਾਊ ਹੈ, ਇਹਦਾ ਬਾਈਕਾਟ ਕਰੋ। ਇਹਨੂੰ ਕੋਈ ਨਾ ਦੇਖੋ। ਇਹਨੂੰ ਜੇ ਆਪਾਂ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ ਅੱਜ ਇਕੱਠੇ ਹੋਣਾ ਪਏਗਾ ਤੇ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਪਏਗਾ। ਸਾਨੂੰ ਆਪਣੀਆਂ ਜਥੇਬੰਦੀਆਂ ਤੇ ਆਪਣੇ ਦੇਸ਼ ਵਾਸੀਆਂ ਤੇ ਪੂਰਾ ਵਿਸ਼ਵਾਸ ਹੈ ਕਿ ਜਦੋਂ ਤੱਕ ਇਹ 3 ਬਿੱਲ ਪਾੜੇ ਨਹੀਂ ਜਾਂਦੇ ਉਦੋਂ ਤੱਕ ਇੱਥੇ ਅਸੀਂ ਵਾਪਸ ਨਹੀਂ ਜਾਵਾਂਗੇ। ਕਾਰਨ ਕੀ ਮੰਨਦੇ ਹੋ? ਅੱਜ ਵੀ ਮੀਟਿੰਗ ਹੋਈ ਸੀ, ਕੋਈ ਸਿੱਟਾ ਨਹੀਂ ਨਿਕਲਿਆ ਉਹਦੇ ਵਿੱਚ ਵੀ। ਕਾਰਨ ਕੀ ਮੰਨਦੇ ਹੋ? ਸਰਕਾਰ ਇਸ ਲਈ ਤੇ ਕਿਉਂ ਚੱਲੀ ਹੋਈ ਹੈ? ਫਾਇਦੇ ਗਿਣਵਾ ਰਹੀ ਹੈ, ਕਿਸਾਨ ਨੁਕਸਾਨ ਗਿਣਾ ਰਿਹਾ? ਦੇਖੋ ਜੀ, ਦੇਸ਼ ਵਾਸੀਓ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਹੰਕਾਰਿਆ ਹੋਇਆ ਬੰਦਾ ਹੈ। ਇਹਨੂੰ ਪੂਰੇ ਦੇਸ਼ ਦਾ ਕਿਸਾਨ ਨਹੀਂ ਦੇਖ ਰਿਹਾ, ਜਿਨ੍ਹਾਂ ਨੂੰ ਇਹ ਅੰਨਦਾਤਾ ਕਹਿੰਦੇ ਹੈ। ਅੰਨਦਾਤਾ ਸੜਕਾਂ ਤੇ ਹੈ। ਆਪਦੀ ਖੁਸ਼ ਦਿਖਾਈ ਕੀ ਦੇ ਰਿਹਾ ਇਹਨਾਂ ਨੂੰ? ਦਿਖਾਈ ਕੀ ਦੇ ਰਿਹਾ? ਇਹਨਾਂ ਨੂੰ ਦਿਖਾਈ ਅੰਬਾਨੀ, ਅਡਾਨੀ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੇਸ਼ ਕਰਨਾ ਚਾਹੁੰਦਾ ਹੈ। ਇਹਦੇ 2 ਮੁੱਖ ਏਜੰਡੇ ਹੈ। ਬਾਕੀ ਸਾਰੀਆਂ ਗੱਲਾਂ ਇਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ। ਅਸੀਂ ਭਾਵੇਂ ਇਹਨੂੰ ਤਖਤ ਤੇ ਬਿਠਾਇਆ ਹੈ, ਇਹ ਅਸੀਂ ਸੜਕਾਂ ਦੇ ਵੀ ਰੁਲ ਜਾਈਏ, ਇਹ ਸਾਡੀ ਨਹੀਂ ਮੰਨਦਾ। ਦੇਸ਼ ਇਕੱਠਾ ਹੋਏਗਾ, ਦੇਸ਼ ਯੂਨਾਈਟ ਹੋਏਗਾ, ਦੇਸ਼ ਵਾਸੀ ਇਸ ਅੰਦੋਲਨ 'ਚ ਆਉਣਗੇ ਤਾਂ ਉਹ ਦਿਨ ਦੂਰ ਨਹੀਂ। ਇਹ ਸਰਕਾਰ ਦਾ ਹੰਕਾਰ ਵੀ ਅਸੀਂ ਤੋੜਾਂਗੇ। ਜਿਸ ਤਰ੍ਹਾਂ ਧਾਰਮਿਕ ਮੁੱਦਿਆਂ ਲੈ ਕੇ ਅਲੱਗ-ਅਲੱਗ ਤਰੀਕਿਆਂ ਨਾਲ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਸੀ। ਪਹਿਲਾਂ ਕਹਿਣ ਲੱਗ ਪਏ ਆਤੰਕਵਾਦੀ, ਫਿਰ ਕਹਿੰਦੇ ਸਿੱਖ ਆ ਗਏ ਨੇ, ਫਿਰ ਕਹਿੰਦੇ ਸਿੱਖ ਨਹੀਂ ਨਕਸਲਵਾਦੀ ਨੇ। ਇਹ ਚੀਜ਼ਾਂ ਲੈ ਕੇ ਗੋਦੀ ਮੀਡੀਆ ਬਦਨਾਮ ਕਰ ਰਿਹਾ ਸੀ। ਕੱਲ ਪਰਸੋਂ ਵੀ ਕੈਨੇਡਾ ਦਾ ਝੰਡਾ ਲੱਗਿਆ ਸੀ ਕਿਸੇ ਟਰੈਕਟਰ ਤੇ, ਉਦੋਂ ਵੀ ਕਹਿਣ ਲੱਗ ਪਏ ਕਿ ਬਾਹਰਲੇ ਮੁਲਕਾਂ ਦਾ ਹੱਥ ਹੈਗਾ। ਮਾਨਸਤਾ ਕਿੱਥੇ ਜਾਂਦੀ ਇਹਨਾਂ ਦੀ? ਦੇਖੋ ਜੀ, ਝੰਡਾ ਤਾਂ ਆਮ ਹੀ ਮਿਲ ਜਾਂਦਾ ਪੰਜਾਬ ਦਾ। ਪੰਜਾਬ 'ਚ ਲੱਗੇ ਝੰਡੇ ਇੰਗਲੈਂਡ ਦਾ ਹੋ ਗਿਆ, ਕੈਨੇਡਾ ਦਾ ਹੋ ਗਿਆ, ਆਮ ਮਿਲ ਜਾਂਦੇ ਨੇ ਝੰਡੇ। ਮੈਂ ਤੁਹਾਨੂੰ ਇਹਨਾਂ ਦੀ ਮਾਨਸਿਕਤਾ ਬਾਰੇ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ। ਇਹਨਾਂ ਨੇ ਅੱਜ ਤੱਕ ਸਾਨੂੰ ਧਰਮਾਂ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ ਸਾਡੇ ਪਹਿਰਾਵੇ ਦੇ ਨਾਂ ਤੇ, ਸਾਡੇ ਖਾਣਿਆਂ ਦੇ ਨਾਂ ਤੇ ਸਾਨੂੰ ਲੜਾਇਆ ਹੈ। ਹੁਣ ਮੈਨੂੰ ਖੁਸ਼ੀ ਹੈ ਕਿ ਅਸੀਂ ਇਕੱਠੇ ਹੋ ਗਏ ਹਾਂ। ਮੋਦੀ ਨੂੰ ਢੁਕਵਾਂ ਜਵਾਬ ਦਿੱਤਾ ਜਾਊਗਾ। ਇਹ ਪਾਕਿਸਤਾਨ ਦੀ ਸਾਰਾ ਦਿਨ ਚੈਨਲ ਭੰਡੀ ਕਰਦੇ ਆ ਗੋਦੀ ਮੀਡੀਆ, ਤੇ ਇਹ ਰਾਤੋਂ ਰਾਤ
ਉੱਥੇ ਬਿਰਿਆਨੀ ਖਾਣ ਚਲੇ ਜਾਂਦੇ ਆ ਤੇ ਪ੍ਰਧਾਨ ਮੰਤਰੀ ਨੂੰ ਵੱਡੇ ਵਿਸ਼ ਕਰਨ ਚਲੇ ਜਾਂਦੇ ਆ। ਉਦੋਂ ਨਹੀਂ ਇਹਨਾਂ ਨੂੰ ਦਿਖਦਾ। ਤੇ ਜਿਹੜਾ ਦੇਸ਼ ਦਾ ਜਦੋਂ ਵੋਟਾਂ ਸਾਰੇ ਦੇਸ਼ ਵਾਸੀਆਂ ਨੇ ਦਿੱਤੀਆਂ, ਪੰਜਾਬ ਨੇ ਦਿੱਤੀਆਂ, ਹਰਿਆਣਾ ਨੇ ਦਿੱਤੀਆਂ, ਰਾਜਸਥਾਨ ਨੇ ਦਿੱਤੀਆਂ, ਪੂਰੇ ਦੇਸ਼ ਨੇ ਦਿੱਤੀਆਂ, ਤੇ ਉਹ ਇਹਨਾਂ ਨੂੰ ਵੋਟਰ ਨਹੀਂ ਦਿਖਦੇ, ਇਹਨਾਂ ਨੂੰ ਅਡਾਨੀ ਤੇ ਅੰਬਾਨੀ ਦਿਖਦੇ ਆ। ਇਹ ਦੇਸ਼ ਨੂੰ ਮੁੱਠੀ ਭਰ ਦੇ ਹੱਥਾਂ ਵਿੱਚ ਦੇ ਦੇਣਾ ਚਾਹੁੰਦਾ ਹੈ। ਇਹ ਸਾਨੂੰ ਗੁਲਾਮ ਕਰਨਾ ਚਾਹੁੰਦਾ ਹੈ। ਇਹ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰੇਗਾ ਤਾਂ ਅਸੀਂ ਗੁਲਾਮ ਹੋਵਾਂਗੇ। ਵੀਰੋ ਜਾਗੋ, ਇੱਥੇ ਜਿਹਨੇ ਵੀ ਆਉਣਾ ਲੰਬੇ ਸਮੇਂ ਲਈ ਆਓ। ਇਹ ਅੰਦੋਲਨ 6 ਸਾਲ ਵੀ ਚੱਲਿਆ, ਇੱਥੋਂ ਕੋਈ ਨਹੀਂ ਹਿੱਲੇਗਾ। ਸਾਥ ਅਸੀਂ ਦੇਣ ਲਈ ਬੈਠੇ ਹਾਂ, ਦੇਸ਼ ਵਾਸੀ ਬੈਠੇ ਨੇ। ਮੈਨੂੰ ਪੂਰੀ ਉਮੀਦ ਹੈ ਕਿ ਦੇਸ਼ ਵਾਸੀ ਇਸ ਮੇਰੀ ਗੱਲ ਨੂੰ ਸੁਣਨਗੇ ਤੇ ਇਸ ਗੱਲ ਨੂੰ ਪ੍ਰੈਕਟੀਕਲੀ ਆਪਦੀਆਂ ਅੱਖਾਂ ਨਾਲ ਤੇ ਇੱਥੋਂ ਦਾ ਨਜ਼ਾਰਾ ਦੇਖ ਕੇ ਜਾਣਗੇ। ਅੱਛਾ, ਜਿਸ ਅਮਰੀਕਾ ਦੀ ਗੱਲ ਕਰ ਲਈ, ਰਾਸ਼ਟਰਪਤੀ ਭਵਨ ਉੱਪਰ ਕੁਝ ਲੋਕ ਚਲੇ ਗਏ ਸਨ। ਉਸ ਤੋਂ ਬਾਅਦ ਨਰਿੰਦਰ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਮੈਨੂੰ ਦੁੱਖ ਹੈ। ਉਹਨਾਂ ਨੂੰ ਉੱਥੋਂ ਦੁੱਖ ਦਿਖਾਈ ਦਿੰਦਾ, ਇੱਥੋਂ ਦੁੱਖ ਦਿਖਾਈ ਨਹੀਂ ਦਿੰਦਾ ਕਿਸਾਨਾਂ ਦਾ। ਇਹ ਸੱਤਾ ਦੇ ਹੰਕਾਰ ਵਿੱਚ ਚੂਰ ਹੋ ਕੇ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਵੀਰੋ ਜਗਾਉਣ ਲਈ ਹੀ ਅਸੀਂ ਇੱਥੇ ਬੈਠੇ ਹਾਂ। ਇੱਥੇ ਕੋਈ ਵੇਲਾ ਨਹੀਂ ਹੈ। ਇਹ ਸਭ ਆਪਣੇ ਧਰਮ ਨਿਭਾ ਰਹੇ ਨੇ। ਇਹ ਸਭ ਆਪਣੀ ਅਣਖ ਲਈ ਆਏ ਹੋਏ ਨੇ। ਇਹ ਚਾਹੁੰਦੇ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਦੇਸ਼ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਨਾ ਜਕੜੇ ਜਾਣ। ਅਸੀਂ ਦੇਸ਼ ਨੂੰ ਗੁਲਾਮ ਨਹੀਂ ਹੋਣ ਦੇਣਾ। ਅਸੀਂ ਜਿਹੜੇ ਸਾਡੇ ਦੇਸ਼ ਦੀ ਖੂਬਸੂਰਤੀ ਹੈ, ਡਾਈਵਰਸਿਟੀ, ਅਸੀਂ ਉਹਦੇ ਤੇ ਇਨ ਬਿਨ ਪਹਿਰਾ ਦੇਣਾ ਹੈ। ਸਾਡੇ ਗੁਰੂਆਂ ਨੇ ਕਿਹਾ ਸਰਬਤ ਦਾ ਭਲਾ, ਉਹਨਾਂ ਨੇ ਕਿਹਾ ਮਾਨਸ ਕੀ ਜਾਤ ਇੱਕੋ ਪਹਿਚਾਨ ਬੋ। ਇਹ ਸਾਡੀ ਜਾਤ ਇੱਕੋ ਹੈ, ਅਸੀਂ ਸਾਰੇ ਇੱਕ ਹੈ। ਪਰ ਅਸੀਂ ਇੱਥੋਂ ਦੇ ਧਰਮਾਂ ਦੀ ਖੂਬਸੂਰਤੀ ਨੂੰ ਕਦੇ ਵੀ ਮਾੜਾ ਨਹੀਂ ਕਹਿ ਸਕਦੇ। ਸਾਡੇ ਲਈ ਸਾਰੇ ਧਰਮ ਇੱਕੋ ਨੇ, ਉਹ ਚਾਹੇ ਕ੍ਰਿਸਚਨ ਹੋਣ, ਮੁਸਲਿਮ ਹੋਣ, ਹਿੰਦੂ ਹੋਣ, ਅਸੀਂ ਸਾਰੇ ਇੱਕੋ ਹਾਂ, ਅਸੀਂ ਸਾਰੇ ਵੀਰ ਹਾਂ। ਅਸੀਂ ਇਹਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਹਿਕਾਵੇ ਵਿੱਚ ਨਹੀਂ ਆਵਾਂਗੇ। ਬੀਜੇਪੀ ਇੱਕੋ ਇੱਕ ਚਾਹੁੰਦੀ ਹੈ ਸਾਡੇ 'ਚ ਫੁੱਟ ਪਾਉਣਾ, ਉਹ ਬਿਲਕੁਲ ਅਸੀਂ ਫੁੱਟ ਨਹੀਂ ਪੈਣ ਦਿਆਂਗੇ। ਅਸੀਂ ਮਰ ਜਾਾਂਗੇ ਪਰ ਫੁੱਟਾਂਗੇ ਨਹੀਂ ਕਦੇ। ਆਰਐਸਐਸ ਨੂੰ ਕੀ ਕਹਿਣਾ ਚਾਹੁੰਦੇ ਹੋ? ਬੰਦੇ ਫੜੇ ਜਾਂਦੇ ਨੇ ਇੱਥੇ, ਰਿਲਾਇੰਸ ਪਰਚੀ ਵੀ ਵੰਡਾ ਰਿਹਾ ਸੀ ਕਿ ਜੋ ਕੰਟਰੈਕਟਰ ਫਾਰਮਿੰਗ ਅਸੀਂ ਨਹੀਂ ਕਰਾਂਗੇ, ਵੀ ਠੇਕੇ ਉੱਤੇ ਖੇਤ ਨਹੀਂ ਲਾਂਗੇ। ਰਿਲਾਇੰਸ ਦੇ ਪਰਚੀ ਵੰਡੇ ਜਾ ਰਹੇ ਨੇ। ਲੱਗਦਾ ਇੱਕ ਵਾਰੀ ਤੋਂ ਚੀਕਾਂ ਨਿਕਲ ਗਈਆਂ ਨੇ। ਬਿਲਕੁਲ ਨਿਕਲ ਗਈਆਂ ਨੇ। ਦੇਸ਼ ਵਾਸੀ ਸਮਝ ਗਏ ਨੇ, ਆਰਐਸਐਸ ਵੀ ਸਮਝ ਚੁੱਕੀ ਹੈ ਕਿ ਹੁਣ ਸਾਡਾ ਪ੍ਰੋਪੋਗੰਡਾ ਜੋ ਇਹ ਦੁਨੀਆ ਨੂੰ ਬਹਿਕਾ ਰਹੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਕਿਸਾਨ ਨਹੀਂ ਗਏ, ਉਹ ਦੁਨੀਆ ਸਾਰੀ ਸਮਝ ਚੁੱਕੀ ਹੈ। ਆਰਐਸਐਸ ਵੀ ਸਮਝ ਚੁੱਕੀ ਹੈ। ਸਰਕਾਰ ਦਾ ਵੀ ਹੰਕਾਰ ਟੁੱਟ ਚੁੱਕਾ ਹੈ। ਬਟ ਉਹ ਹੁਣ ਦਿਨ ਦੂਰ ਨਹੀਂ ਜਦੋਂ ਸਾਡੇ ਅੱਗੇ ਸਰਕਾਰ ਝੁਕਣ ਲਈ ਮਜਬੂਰ ਹੋਏਗੀ, ਕਿਉਂਕਿ ਦੇਸ਼ ਵਾਸੀਆਂ ਤੋਂ ਵੱਡਾ ਕੋਈ ਵੀ ਨਹੀਂ। ਅਸੀਂ ਪਿਆਰ ਵੀ ਜਾਣਦੇ ਹਾਂ, ਅਸੀਂ ਸਾਰਾ ਕੁਝ ਕਰਨਾ ਜਾਣਦੇ ਹਾਂ, ਪਰ ਅਸੀਂ ਅੰਦੋਲਨ ਦੇ ਵਿੱਚ ਇੱਕੋ ਕਹਿੰਦੇ ਹਾਂ ਕਿ ਸਾਰੇ ਵੀਰ ਸ਼ਾਂਤੀ ਬਣਾ ਕੇ ਰੱਖੋ। ਪਰ ਜੇਕਰ ਕੋਈ ਸਾਨੂੰ ਇਹ ਜਿਹਾ ਕਦਮ ਚੱਕਣਾ ਪਿਆ, ਹੁਣ ਅਸੀਂ ਇਹਨਾਂ ਤੋਂ ਮਾਰ ਨਹੀਂ ਖਾਵਾਂਗੇ, ਇਹਨਾਂ ਨੂੰ ਢੁਕਵਾਂ ਜਵਾਬ ਦੇਵਾਂਗੇ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਹਰਪ੍ਰੀਤ ਸਿੰਘ। ਇਹ ਹੁਣ ਪੂਰਾ ਭਾਰਤ ਘੁੰਮਣਗੇ, 29 ਸੂਬਿਆਂ ਵਿੱਚ ਜਾਣਗੇ, ਜਾ ਕੇ ਗੱਲ ਰੱਖਣਗੇ ਕਿਸਾਨਾਂ ਦੀ। ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਜਾਣਗੇ। ਉਹ ਦੱਸਣਗੇ ਕਿ ਜੋ ਇੱਥੇ ਕਿਸਾਨ ਬੈਠਾ ਉਹ ਆਤੰਕਵਾਦੀ ਨਹੀਂ ਹੈਗਾ, 3 ਬਿੱਲ ਰੱਦ ਕਰਵਾਉਣ ਆਇਆ। ਕਿਸਾਨ ਜੇ ਪੀਜੇ ਖਾਂਦਾ, ਕਿਸਾਨ ਦਾ ਹੱਕ ਹੈ, ਕਿਉਂਕਿ ਉਹ ਵੀ ਖੇਤੀ ਕਰਦਾ। ਪੀਜੇ ਵੀ ਕਿਸਾਨ ਦੀ ਬਦੌਲਤ ਹੀ ਮਿਲਦੇ ਨੇ ਸਾਨੂੰ। ਇਹ ਦੱਸਣਗੇ, ਜਾ ਕੇ ਏਜੰਡਾ ਦੱਸਣਗੇ, ਸਰਕਾਰਾਂ ਦੇ ਏਜੰਡੇ ਦੱਸਣਗੇ ਤੇ ਕਿਸਾਨਾਂ ਦਾ ਏਜੰਡਾ ਕੀ ਹੈ ਉਹ ਵੀ ਦੱਸਣਗੇ। ਤੁਸੀਂ ਸਾਡੇ ਨਾਲ ਪਲ ਪਲ ਜੁੜਦੇ ਹੋ, ਤੁਹਾਨੂੰ ਅਸੀਂ ਕਿਸਾਨੀ ਸੰਘਰਸ਼ ਦੀ ਹਰ ਇੱਕ ਖਬਰ ਦਿੰਦੇ ਰਹਾਂਗੇ।